ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਦੀਪ ਸਿੱਧੂ ਪੰਜਾਬੀ ਐਕਟਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਪਹੁੰਚ ਕੇ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ। ਨਾਲ ਹੀ ਉਹਨਾਂ ਨੇ ਭਾਰਤ ਦੇ ਵਿੱਚ ਪੰਜਾਬੀਆਂ ਦੇ ਨਾਲ ਹੋ ਰਹੇ ਧੱਕੇ ਨੂੰ ਵੀ ਉਜਾਗਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਸਾਰੇ ਲੋਕਾਂ ਨੂੰ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਮਝ ਕੇ ਪੰਜਾਬੀਆਂ ਨੂੰ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ। ਕੀ ਕੁਝ ਆਖਿਆ ਦੀਪ ਸਿੱਧੂ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਪੰਜਾਬੀਆਂ ਨੂੰ ਕੀ ਚੇਤਾਵਨੀ ਦਿੱਤੀ ਹੈ, ਤੁਸੀਂ ਖੁਦ ਹੀ ਦੇਖ ਲਓ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਬਰਸੀ ਆ ਤੇ ਭੋਗ ਦੀ ਸਮਾਪਤੀ ਸੀ। ਅਖੰਡ ਪਾਠ ਸਾਹਿਬ ਦਾ ਪਾਠ ਜਦੋਂ ਅਰਦਾਸ 'ਚ ਸ਼ਾਮਲ ਹੋਏ ਆ ਜੀ। ਸਾਡੀ ਕੌਮ ਦੇ ਮਹਾਨ ਸ਼ਹੀਦ ਆ, ਹਿਊਮਨ ਰਾਈਟ ਐਕਟਿਵਿਸਟ ਸੀ ਤੇ ਬਹੁਤ ਉਹਨਾਂ ਨੇ ਜਿਹੜੇ ਉਸ ਵੇਲੇ ਦੇ 20ਵੀਂ 21ਵੀਂ ਸਦੀ ਦੇ ਜਿਹੜੇ ਪਰਿਵਾਰ ਜਿਨ੍ਹਾਂ ਨੇ ਆਪਦੇ ਬੱਚੇ ਖੋਹੇ ਸੀ ਉਹਨਾਂ ਲਈ ਬਹੁਤ ਕੰਮ ਕੀਤਾ। ਤੇ ਮੇਰੇ ਖਿਆਲ 'ਚ ਇਹ ਇਨਸਾਨੀਅਤ ਦੇ ਨਾਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਸਿੱਖ ਫਲਸਫੇ ਦੇ ਚੱਲਦੇ ਸਾਨੂੰ ਜਿਹੜੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ, ਸੋ ਕੁਛ ਸਾਡੇ ਕੋਲ ਸ਼ਖਸੀਅਤਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੇ ਸਾਡੇ ਨਾਇਕ ਮਹਾਨਾਇਕ ਬਣ ਜਾਂਦੇ ਆ, ਜਿਨ੍ਹਾਂ ਤੋਂ ਸਾਨੂੰ ਪ੍ਰੇਰਨਾ ਤੇ ਸੇਧ ਮਿਲਦੀ ਆ। ਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਵੀ ਉਹਨਾਂ 'ਚੋਂ ਇੱਕ ਸੀ ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਵੀ ਉਹਨਾਂ ਦੀ ਲੜਾਈ ਨੂੰ, ਉਹਨਾਂ ਦੇ ਜਜ਼ਬੇ ਨੂੰ ਅਸੀਂ ਅੱਗੇ ਲੈ ਕੇ ਚੱਲੀਏ। ਉਸੇ ਤਰ੍ਹਾਂ ਬੇਇਨਸਾਫੀ ਦੇ ਖਿਲਾਫ, ਉਸੇ ਤਰ੍ਹਾਂ ਜ਼ੁਲਮ ਦੇ ਖਿਲਾਫ, ਜਬਰ ਦੇ ਖਿਲਾਫ ਆਪਦੀ ਆਵਾਜ਼ ਬੁਲੰਦ ਰੱਖੀਏ, ਲੜਾਈ ਜਾਰੀ ਰੱਖੀਏ। ਕਿਉਂਕਿ ਜੇ ਅਸੀਂ ਨਹੀਂ ਲੜਾਂਗੇ, ਇੱਕ ਜਾਗਰੂਕ ਇਨਸਾਨ ਦੇ ਤੌਰ ਤੇ ਅਸੀਂ ਨਹੀਂ ਵਿਚਰਾਂਗੇ, ਮੈਨੂੰ ਲੱਗਦਾ ਸਾਨੂੰ ਇਨਸਾਨ ਹੋਣ ਦਾ ਫਰਜ਼ ਜਿਹੜਾ ਉਹ ਅਸੀਂ ਪੂਰਾ ਨਹੀਂ ਕਰ ਪਾਵਾਂਗੇ। ਸੋ ਬੜਾ ਥੋੜ੍ਹਾ ਜਿਹਾ ਫਰਕ ਹੁੰਦਾ ਆਪਦੀ ਇੱਕ ਕੋਈ ਜ਼ਿੰਮੇਵਾਰੀ ਸਮਝਣ ਦਾ ਜਾਂ ਨਾ ਸਮਝਣ ਦਾ। ਸੋ ਮੇਰੇ ਖਿਆਲ 'ਚ ਸਾਨੂੰ ਆਪਦੀ ਜ਼ਿੰਮੇਵਾਰੀ ਸਾਡੀ ਧਰਤੀ ਪ੍ਰਤੀ, ਸਾਡੇ ਲੋਕਾਂ ਪ੍ਰਤੀ, ਸਾਡੀ ਕੌਮ ਪ੍ਰਤੀ ਸਮਝਣੀ ਚਾਹੀਦੀ ਹੈ ਤੇ ਉਹਦੇ ਲਈ ਸਾਨੂੰ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਬਾਕੀ ਹਾਕਮ ਬਾਈ ਜਿਹੜੇ ਇਹ ਪ੍ਰੈਕਟਿਸ ਕਰਦੇ ਆ ਜੀ, ਹਾਕਮ ਬਾਈ ਜੀ ਹਾਈ ਕੋਰਟ 'ਚ, ਪੰਜਾਬ ਹਰਿਆਣਾ ਹਾਈ ਕੋਰਟ 'ਚ, ਇਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ। ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸੰਗਠਿਤ ਕਰਕੇ ਕਿਹਾ ਵੀ ਇਹ ਜ਼ਰੂਰੀ ਆ ਆਪਾਂ ਇਹੋ ਜਿਹੇ ਸ਼ਹੀਦਾਂ ਲਈ, ਇਹੋ ਜਿਹੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਖੜ੍ਹੇ ਹੋਈਏ, ਉਹਨਾਂ ਦੇ ਦੁੱਖ ਸੁੱਖ 'ਚ ਸਾਂਝ ਆਪਦੀ ਦਈਏ। ਤਾਂ ਇਸ ਕਰਕੇ ਹਾਕਮ ਬਾਈ ਨਾਲ ਹੀ ਹੈ ਜੀ ਤੇ ਅਸੀਂ ਇੱਥੇ ਆਏ। ਤੇ ਹਾਂਜੀ, ਇਲੈਕਸ਼ਨ ਵੀ ਲੜੀ ਹੈ ਸਨੀ ਜੀ ਦੇ ਨਾਲ। ਹਾਂਜੀ ਹਾਂਜੀ। ਤੇ ਤੁਸੀਂ ਜੋ ਇਸ ਵੇਲੇ ਜੋ ਰਵੱਈਆ ਹੈ ਸਰਕਾਰਾਂ ਦਾ ਹਾਂਜੀ ਹਾਂਜੀ ਖਾਲੜਾ ਜੀ ਦੇ ਪ੍ਰਤੀ ਅੱਜ ਦੀ ਡੇਟ ਨੂੰ ਲੈ ਕੇ, ਜੋ ਕੈਨੇਡਾ 'ਚ ਉਹਨਾਂ ਵਾਸਤੇ ਕੀਤਾ ਜਾ ਰਿਹਾ, ਜੋ ਇੰਡੀਆ 'ਚ ਹੋ ਰਿਹਾ, ਹਾਂਜੀ, ਕੀ ਸਮਝਦੇ ਹੋ ਕੀ ਡਿਫਰੈਂਸ ਹੈਗਾ ਤੇ ਕਿਉਂ? ਦੇਖੋ, ਇੱਕ ਸੰਖੇਪ 'ਚ ਗੱਲ ਕਹਿਣੀ ਬੜੀ ਔਖੀ ਆ, ਕਿਉਂਕਿ ਜਦੋਂ ਅਸੀਂ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ, ਇੰਡੀਅਨ ਸਟੇਟ ਦੀਆਂ ਜੜ੍ਹਾਂ ਜਿਹੜੀਆਂ ਉਹ ਜਿੱਥੇ ਪਈਆਂ, ਤੁਹਾਨੂੰ ਉਹ ਸਮਝਣ ਦੀ ਜ਼ਰੂਰਤ ਹੈ ਇਹਦੇ ਲਈ। ਇਸ ਕਰਕੇ ਕੋਈ ਵੀ ਵਿਚਾਰਧਾਰਾ ਉਹਦੇ ਉਲਟ ਜੇ ਪੈਦਾ ਹੋਊਗੀ, ਕਿਉਂਕਿ ਇਹਨਾਂ ਦੀ ਇੱਕ ਭਾਰਤੀ ਕੌਮ ਸਿਰਜਣ ਦੀ ਜਿਹੜੀ ਜ਼ਿੱਦ ਆ, ਉਸ ਵਿਚਾਰਧਾਰਾ ਦੇ ਅਗੇਂਸਟ ਅਸੀਂ ਘੱਟ ਗਿਣਤੀ ਵਰਗ, ਤੁਸੀਂ ਕਹਿ ਲਓ ਪੰਜਾਬ 'ਚ ਪੰਜਾਬੀ, ਜਾਂ ਤਾਮਿਲਨਾਡੂ 'ਚ ਤਾਮਿਲਨਾਡੂ ਵਾਲੇ, ਕਰਨਾਟਕ ਵਾਲੇ, ਉਵੇਂ ਕੇਰਲ ਵਾਲੇ, ਸਾਊਥ ਵਾਲੇ ਵੀ ਉਹ ਆਪਦੀ ਹੋਂਦ ਲਈ ਲੜ ਰਹੇ ਆ, ਕਸ਼ਮੀਰੀ ਆਪਦੀ ਹੋਂਦ ਲਈ ਲੜ ਰਹੇ ਆ। ਹੁਣ ਜੇ ਅਸੀਂ ਆਪਦੀ ਹੋਂਦ ਲਈ ਲੜਦੇ ਹਾਂ, ਇਹਨਾਂ ਨੂੰ ਉਹ ਗੱਲ ਚੁੱਭਦੀ ਆ, ਕਿਉਂਕਿ ਇਹ ਵਖਰੇਵੇਂ ਖਤਮ ਕਰਨਾ ਚਾਹੁੰਦੇ ਆ। ਇਹ ਚਾਹੁੰਦੇ ਆ ਵੀ ਜਿਹੜੀ ਇੱਕਸਾਰਤਾ ਲੈ ਆਈਏ, ਇੱਕ ਕੌਮ ਸਿਰਜਦੀ ਐ, ਐਂ ਕਦੇ ਨਹੀਂ ਹੁੰਦਾ। ਜਿਹੜੀ ਬਾਇਓਡਾਇਵਰਸਿਟੀ ਆ, ਜੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਵੇਂ ਹੀ ਹਿਊਮਨ ਡਾਇਵਰਸਿਟੀ, ਕਲਚਰ ਡਾਇਵਰਸਿਟੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਇੱਕਸਾਰਤਾ ਲਿਆਉਣ ਦੀ ਜਿਹੜੀ ਸਰਕਾਰਾਂ ਜਿੱਦ ਫੜ ਕੇ ਬੈਠੀਆਂ, ਬੀਜੇਪੀ, ਕਾਂਗਰਸ ਤਾਂ ਇੱਕ ਸਿਰਫ ਫਰੰਟ ਆ। ਅਸੀਂ ਉਹਨਾਂ ਦੀ ਵਿਚਾਰਧਾਰਾ ਦੇਖਾਂਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹਦੇ 'ਚ ਸਮਾਨਤਾ ਦਿਖੂਗੀ। ਪੋਲੀਟੀਕਲ ਡਿਫਰੈਂਸਿਸ ਇਹਨਾਂ ਦੇ ਜ਼ਰੂਰ ਹੋਣਗੇ। ਸੋ ਇਸ ਕਰਕੇ ਸਾਡੀ ਲੜਾਈ ਆਪਦੀ ਹੋਂਦ ਦੀ ਲੜਾਈ ਆ। ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ, ਮੈਨੂੰ ਐਂ ਲੱਗਦਾ ਕਸ਼ਮੀਰੀਆਂ ਨੇ ਸਮਝ ਲਿਆ ਵੀ ਉਹਨਾਂ ਦੀ ਹੋਂਦ ਦੀ ਲੜਾਈ ਆ, ਸਾਊਥ ਵਾਲਿਆਂ ਨੇ ਵੀ ਸਮਝ ਲਈ ਉਹਨਾਂ ਦੀ ਹੋਂਦ ਦੀ ਲੜਾਈ ਆ, ਪਰ ਪੰਜਾਬੀ ਨਹੀਂ ਸਮਝ ਸਕੇ ਵੀ ਸਾਡੀ ਹੋਂਦ ਦੀ ਲੜਾਈ ਆ। ਇਸ ਕਰਕੇ ਸਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਸੰਗਠਿਤ ਹੋਣਾ ਬਹੁਤ ਜ਼ਰੂਰੀ ਆ। ਸਾਡੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਆ, ਅਸੀਂ ਲੜਨਾ ਕਿਵੇਂ ਆ ਇਸ ਨਵੀਂ ਸਰਕਾਰ ਜਾਂ ਇਹਨਾਂ ਦੀ ਨਵੀਂ ਵਿਚਾਰਧਾਰਾ ਦੇ ਵਿਰੁੱਧ, ਇਹ ਬੜੀ ਤਰੀਕਾ ਤੇ ਸਲੀਕਾ ਇਹਦਾ ਕੀ ਹੋਣਾ ਚਾਹੀਦਾ, ਇਹ ਸਾਨੂੰ ਲੱਭਣਾ ਚਾਹੀਦਾ। ਇਹ ਸਾਨੂੰ ਸਿਰ ਜੋੜ ਕੇ ਬੈਠ ਕੇ ਸੰਵਾਦ 'ਚੋਂ ਕੋਈ ਗੱਲ ਪੈਦਾ ਕਰਨੀ ਚਾਹੀਦੀ ਹੈ। ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਇਸ ਵੇਲੇ। ਆਉਣ ਵਾਲੇ ਸਮੇਂ ਤੇ ਇੱਥੇ ਕੋਈ ਮੂਵੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ? ਹਾਂਜੀ ਹਾਂਜੀ, ਮੇਰੀਆਂ ਤੁਸੀਂ ਦੇਖੋਗੇ ਜੇ ਫਿਲਮਾਂ ਵੀ ਇਸੇ ਵਿਸ਼ੇ ਨੂੰ ਲੈ ਕੇ ਹੁੰਦੀਆਂ, ਜੇ ਸਰਕਾਰਾਂ ਦੇ ਐਸਟੈਬਲਿਸ਼ਮੈਂਟ ਦੇ ਅਗੇਂਸਟ ਗੱਲਾਂ ਕਰਦੇ ਆ, ਤੇ ਜਿਹੜੀ ਇੱਕ ਫਿਲਮ ਤਾਂ ਚਲੋ ਇੱਕ ਜ਼ਰੀਆ ਲੋਕਾਂ ਤੱਕ ਪਹੁੰਚਣ ਦਾ, ਪਰ ਮੈਨੂੰ ਐਂ ਲੱਗਦਾ ਸਾਨੂੰ ਫਿਲਮਾਂ ਤੋਂ ਉੱਤੇ ਉੱਠ ਕੇ ਐਜ਼ ਅ ਹਿਊਮਨ ਬੀਇੰਗ ਵੀ ਲੋਕਾਂ ਤੱਕ ਪਹੁੰਚਣਾ ਚਾਹੀਦਾ, ਲੋਕਾਂ ਨੂੰ ਜਗਾਉਣਾ ਚਾਹੀਦਾ ਜਾਂ ਆਪਦੇ ਨਾਲ ਜੋੜਨਾ ਚਾਹੀਦਾ।
ਤਾਂ ਕਿ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਆ, ਜਿੰਨਾ ਘਾਣ ਪੰਜਾਬ ਦਾ ਉਹਨਾਂ ਨੇ ਕੀਤਾ, ਉਹ ਸਾਰੇ ਵਰਗਾਂ ਦਾ ਹੋ ਰਿਹਾ। ਕਿਉਂਕਿ ਜਿਹੜਾ ਸਿਸਟਮ ਉਹਨਾਂ ਨੇ ਪੈਦਾ ਕਰਤਾ ਉਹ ਦਿਨ ਬ ਦਿਨ ਸਦੀਵੀ ਬਣਦਾ ਜਾ ਰਿਹਾ, ਪਰਪੈਚੁਏਟ ਹੋ ਰਿਹਾ। ਉਹ ਕਿਸੇ ਇੱਕ ਵਰਗ ਨੂੰ ਨਹੀਂ ਇਫੈਕਟ ਕਰ ਰਿਹਾ, ਸਾਰੇ ਵਰਗਾਂ ਨੂੰ ਹੀ ਇਫੈਕਟ ਕਰਦਾ। ਇੰਪੈਕਟ ਉਹਦਾ ਸਾਰੇ ਵਰਗਾਂ 'ਤੇ ਆਉਂਦਾ। ਇਸ ਕਰਕੇ ਮੈਨੂੰ ਐਂ ਲੱਗਦਾ ਇਹ ਸਾਰੇ ਪੰਜਾਬੀਆਂ ਦੀ ਲੜਾਈ ਆ। ਜਿਹੜਾ ਕੋਈ ਵਿਅਕਤੀ, ਜਿਹੜਾ ਕੋਈ ਵਰਗ ਇਸ ਧਰਤੀ ਤੇ ਵਸਦਾ, ਉਹਦੀ ਲੜਾਈ ਆ। ਸਾਡੀ ਹੋਂਦ ਦੀ ਲੜਾਈ ਆ, ਸਾਡੀ ਮਾਂ ਬੋਲੀ, ਸਾਡਾ ਵਾਤਾਵਰਨ, ਇਕਨੋਮਿਕ ਸਿਚੁਏਸ਼ਨਸ, ਸਾਡੀਆਂ ਪੋਲੀਟੀਕਲ ਸਿਚੁਏਸ਼ਨ, ਸੋਸ਼ਲ ਸਿਚੁਏਸ਼ਨ ਆ ਜਿਹੜੀ ਇਸ ਵੇਲੇ, ਇਹ ਸਾਰਾ ਇੰਟਰ ਰਿਲੇਟਡ ਆ। ਇਹਨਾਂ ਨੂੰ ਜੇ ਅਸੀਂ ਨਿਖੇੜ ਕੇ ਦੇਖਾਂਗੇ ਸਾਡਾ ਫੌਂ ਨਹੀਂ ਪੈਣਾ। ਸਾਨੂੰ ਇਕੱਠਾ ਕਰਕੇ ਇਹਨਾਂ ਨੂੰ ਦੇਖਣਾ ਪਊਗਾ ਤੇ ਉਸ ਤੋਂ ਬਾਅਦ ਕੋਈ ਹੱਲ ਲੱਭਣਾ ਪੈਣਾ ਜੀ।